हेलो एवरीवन। सो आज इस वीडियो ਦੇ ਵਿੱਚ ਆਪਾਂ ਡਿਸਕਸ ਕਰਾਂਗੇ ਫੈਬਰੂਅਰੀ 2022 ਦੇ ਕੁਝ ਇੰਪੋਰਟੈਂਟ ਐਮਸੀਕਿਊਜ਼। ਓਕੇ, ਇਹ ਐਮਸੀਕਿਊਜ਼ ਇਸ ਤਰੀਕੇ ਨਾਲ ਡਿਜ਼ਾਈਨ ਕੀਤੇ ਗਏ ਹਨ ਕਿ ਇਹਦੇ ਨਾਲ ਤੁਹਾਡੇ ਕਾਫੀ ਸਾਰੇ ਕਨਸੈਪਟਸ ਹਨ ਜਿਹੜੇ ਉਹ ਵੀ ਕਲੀਅਰ ਹੋ ਜਾਣਗੇ। ਦਿਸ ਇਜ਼ ਸਾਕਸ਼ੀ ਅਗਰਵਾਲ। ਆਈ ਵੈਲਕਮ ਯੂ ਆਲ ਔਨ ਮਿਹਨਤੀ ਬੱਚੇ। ਸੋ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਚਾਹਨੀ ਹਾਂ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਕਿ ਪੀਪੀਐਸਸੀ ਦੇ ਜਿਹੜੇ ਐਗਜ਼ਾਮਸ ਹੈ ਉਹ ਔਨ ਟਾਈਮ ਹੋਣ ਦੇ ਕਾਫੀ ਸਾਰੇ ਚਾਂਸਿਸ ਨੇ। ਓਕੇ, ਸੋ ਜਿਹੜੇ ਵੀ ਸਟੂਡੈਂਟਸ ਨੈਬ ਤਹਿਸੀਲਦਾਰ ਦੀ ਤਿਆਰੀ ਕਰ ਰਹੇ ਨੇ ਆਪਾਂ ਨੂੰ ਪਤਾ ਹੈ ਕਿ 20th ਆਫ ਮਾਰਚ ਨੂੰ ਉਹਦਾ ਐਗਜ਼ਾਮ ਹੈ। ਸੋ ਤੁਸੀਂ ਅੱਛੇ ਤਰੀਕੇ ਨਾਲ ਤਿਆਰੀ ਕਰਦੇ ਰਹੋ ਪੋਜ਼ਿਟਿਵ ਹੋ ਕੇ। ਓਕੇ, ਜਿੰਨਾ ਹੋ ਰਿਹਾ ਉਹਨੂੰ ਅੱਛੇ ਤਰੀਕੇ ਨਾਲ ਕਰੋ ਬਜਾਏ ਸੋਚਣ ਦੇ ਕਿ ਇੰਨਾ ਵਾਸਟ ਸਿਲੇਬਸ ਹੈ, ਤਾਂ ਹੀ ਤੁਸੀਂ ਹੌਲੀ ਹੌਲੀ ਕਰਕੇ ਜਿਹੜਾ ਸਿਲੇਬਸ ਉਹਨੂੰ ਕਵਰ ਕਰ ਪਾਓਗੇ। ਓਕੇ, ਸੋ ਸਟਾਰਟ ਕਰਦੇ ਹਾਂ ਅੱਜ ਦੀ ਡਿਸਕਸ਼ਨ ਨੂੰ। ਸੋ ਜਿਹੜੇ ਵੀ ਸਟੂਡੈਂਟਸ ਚੈਨਲ ਉੱਪਰ ਨਿਊ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਅਗਰ ਵੀਡੀਓਜ਼ ਅੱਛੀਆਂ ਲੱਗਦਾ ਲਾਈਕ ਕਰੋ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤੇ ਨਾਲ ਹੀ ਤੁਸੀਂ ਮਿਹਨਤੀ ਬੱਚੇ ਨੂੰ ਫੋਲੋ ਕਰ ਸਕਦੇ ਹੋ ਟੈਲੀਗ੍ਰਾਮ, ਇੰਸਟਾਗ੍ਰਾਮ ਤੇ ਫੇਸਬੁੱਕ ਦੇ ਉੱਪਰ। ਓਕੇ, ਸੋ ਇਹ ਪੂਰੀ ਡਿਟੇਲ ਹੈ ਜਿਹੜੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜੂਗੀ। ਸੋ ਸਭ ਤੋਂ ਪਹਿਲਾਂ ਹੁਣ ਆਪਾਂ ਕੁਐਸਚਨ ਦੇਖਦੇ ਹਾਂ। ਫਰਸਟ ਕੁਐਸਚਨ ਹੈ ਜਿਹੜਾ ਉਹ ਹੈਗਾ ਰਿਗਾਰਡਿੰਗ ਡਿਜੀਟਲ ਵਰਕ ਪਲਾਨ 2022। ਸੋ ਇਹਦੇ ਵਿੱਚ ਪੁੱਛਿਆ ਕੀ ਗਿਆ ਕਿ ਇੰਡੀਆ ਨੇ ਕਿਹਦੇ ਨਾਲ ਮਿਲ ਕੇ ਜਿਹੜਾ ਡਿਜੀਟਲ ਪਲਾਨ 2022 ਹੈ ਉਹਨੂੰ ਅਡਾਪਟ ਕੀਤਾ ਹੈ। ਸੋ ਤੁਹਾਡੇ ਕੋਲ ਇੱਥੇ ਚਾਰ ਆਪਸ਼ਨਸ ਨੇ। ਇਹ ਆਰਗੇਨਾਈਜੇਸ਼ਨਸ ਨੇ, ਠੀਕ ਹੈ। ਸਾਰਕ ਹੋ ਗਿਆ, ਏਸ਼ੀਅਨ ਹੋ ਗਿਆ, G20 ਹੋ ਗਈ, ਦੈਨ ਯੂਰਪੀਅਨ ਕਮਿਸ਼ਨ ਹੋ ਗਿਆ। ਸੋ ਤੁਸੀਂ ਦੇਖੋ ਕਿ ਇਹਦੇ ਵਿੱਚੋਂ ਕਿਹੜਾ ਆਨਸਰ ਹੈ। ਓਕੇ, 2 ਸੈਕਿੰਡ ਦਾ ਟਾਈਮ ਹੈ, ਸੋਚੋ, ਦੇਨ ਆਪਾਂ ਇਹਦੇ ਉੱਪਰ ਡਿਸਕਸ ਕਰਾਂਗੇ। ਓਕੇ, ਸੋ ਅਗਰ ਆਪਾਂ ਇਹਦੇ ਆਨਸਰ ਦੀ ਗੱਲ ਕਰੀਏ ਤਾਂ ਇਹਦਾ ਆਨਸਰ ਆਊਗਾ ਬੀ, ਦੈਟ ਇਜ਼ ਏਸ਼ੀਅਨ। ਦੇਖੋ ਜਿਹੜਾ ਆਪਣੇ ਕੋਲ ਡਿਜੀਟਲ ਵਰਕ ਪਲਾਨ 2022 ਹੈ ਇਹਦੇ ਵਿੱਚ ਬੇਸਿਕਲੀ ਜਿਹੜਾ ਇੰਡੀਆ ਤੇ ਏਸ਼ੀਅਨ ਹੈ ਉਹ ਮਿਲ ਕੇ ਕੰਮ ਕਰਨਗੇ ਕਿਸ ਚੀਜ਼ ਨੂੰ ਲੈ ਕੇ। ਇੱਕ ਤਾਂ ਜਿਹੜੇ ਫੋਨ ਚੋਰੀ ਹੋ ਜਾਂਦੇ ਨੇ ਕਿ ਉਹ ਯੂਜ਼ ਨਾ ਹੋ ਸਕਣ ਉਸ ਚੀਜ਼ ਨੂੰ ਲੈ ਕੇ, ਤੇ ਨਾਲ ਹੀ ਇਹਦੇ ਵਿੱਚ ਇਹ ਵੀ ਗੱਲ ਕੀਤੀ ਗਈ ਹੈ ਕਿ ਪੂਰੇ ਨੇਸ਼ਨ ਵਾਈਡ ਜਿਹੜੀ ਵਾਈਫਾਈ ਦੀ ਫੈਸਿਲਿਟੀ ਹੈ ਉਹਨੂੰ ਪ੍ਰੋਵਾਈਡ ਕਰਵਾਇਆ ਜਾਵੇ ਤਾਂ ਕਿ ਹਰ ਇੱਕ ਨੂੰ ਐਕਸੈਸ ਹੋਵੇ ਵਾਈਫਾਈ ਦਾ। ਓਕੇ, ਤੇ ਇਹਦੇ ਵਿੱਚ ਇੱਕ ਹੋਰ ਗੱਲ ਕੀਤੀ ਗਈ ਹੈ ਕਿ ਜਿਹੜਾ ਪਲਾਨ ਹੈ ਉਹਦੇ ਵਿੱਚ ਕਪੈਸਿਟੀ ਬਿਲਡਿੰਗ ਤੇ ਨੌਲੇਜ ਸ਼ੇਅਰਿੰਗ ਦੀ ਵੀ ਗੱਲ ਕੀਤੀ ਗਈ ਹੈ। ਕੁਝ ਫੀਲਡਸ ਬਾਰੇ ਡਿਸਕਸ ਕੀਤਾ ਹੋਇਆ ਹੈ, ਕਿਹੜੀ ਕਿਹੜੀ। ਇੰਟਰਨੈਟ ਆਫ ਥਿੰਗਸ, 5G, ਦੈਨ ਐਡਵਾਂਸ ਸੈਟੇਲਾਈਟ ਕਮਿਊਨੀਕੇਸ਼ਨ ਐਂਡ ਸਾਈਬਰ ਫੋਰੈਂਸਿਕਸ। ਓਕੇ, ਉਹ ਤੋਂ ਬਾਅਦ ਹੁਣ ਨੈਕਸਟ ਆਪਾਂ ਪੜ੍ਹਦੇ ਹਾਂ ਏਸ਼ੀਅਨ ਦੇ ਬਾਰੇ। ਦੇਖੋ ਅਗਰ ਮੈਂ ਗੱਲ ਕਰਾਂ ਏਸ਼ੀਅਨ ਦੇ ਬਾਰੇ ਤੁਹਾਡੇ ਕੋਲ ਪੇਪਰ 'ਚ ਕੀ ਕੁਐਸਚਨਸ ਆ ਸਕਦੇ ਆ, ਪਹਿਲਾਂ ਤਾਂ ਆਪਾਂ ਇਹ ਦੇਖਦੇ ਹਾਂ, ਠੀਕ ਹੈ, ਕਿਉਂਕਿ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਨਾ ਕਿ ਜਿਹੜੀ ਚੀਜ਼ ਆਪਾਂ ਪੜ੍ਹ ਰਹੇ ਹਾਂ ਉਸ 'ਚ ਕੀ ਚੀਜ਼ਾਂ ਇੰਪੋਰਟੈਂਟ ਹੈ। ਦੇਖੋ ਸਭ ਤੋਂ ਪਹਿਲਾ ਕੁਐਸਚਨ ਜਿਹੜਾ ਏਸ਼ੀਅਨ ਦੇ ਬਾਰੇ ਆ ਸਕਦਾ ਉਹ ਤਾਂ ਹੈਗੀ ਹੈ ਕਿ ਉਹਦੀ ਫੁੱਲ ਫਾਰਮ ਕੀ ਹੈ। ਸੈਕਿੰਡ ਕੁਐਸਚਨ ਉਹਦਾ ਹੈਡਕੁਆਟਰ ਕਿੱਥੇ ਹੈ, ਠੀਕ ਹੈ। ਥਰਡ ਕੁਐਸਚਨ ਉਹਦੇ ਬਾਰੇ ਕੁਝ ਹੋਰ ਇੰਪੋਰਟੈਂਟ ਜਿਹੜੇ ਫੈਕਟਸ ਨੇ ਉਸ ਦੇ ਬਾਰੇ ਆ ਸਕਦਾ ਹੈ। ਤੇ ਕਈ ਵਾਰ ਮੋਟੋ ਵੀ ਪੁੱਛਿਆ ਜਾਂਦਾ ਏਸ਼ੀਅਨ ਦਾ ਸੌਰੀ। ਉਸ ਤੋਂ ਇਲਾਵਾ ਉਹਦੀ ਮੈਂਬਰ ਕੰਟਰੀਜ਼ ਕਿਹੜੀਆਂ ਨੇ ਇਹ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਸੋ ਸਭ ਤੋਂ ਪਹਿਲਾਂ ਏਸ਼ੀਅਨ ਦੇਖਦੇ ਹਾਂ ਉਹਦੀ ਫੁੱਲ ਫਾਰਮ ਕੀ ਹੈ। ਸੋ ਏਸ਼ੀਅਨ ਦੀ ਫੁੱਲ ਫਾਰਮ ਹੈ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ, ਠੀਕ ਹੈ। ਤੇ ਜਿਹੜੀ ਏਸ਼ੀਅਨ ਹੈ ਉਹ ਇੱਕ ਰੀਜਨਲ ਆਰਗੇਨਾਈਜੇਸ਼ਨ ਹੈ ਜਿਹੜੀ ਐਸਟੈਬਲਿਸ਼ ਹੋਈ ਸੀ ਕਿ ਜਿਹੜਾ ਏਸ਼ੀਆ ਪੈਸੀਫਿਕ ਰੀਜਨ ਹੈ ਉਹਦੇ ਵਿੱਚ ਪੋਲੀਟੀਕਲ ਤੇ ਸੋਸ਼ਲ ਸਟੇਬਿਲਿਟੀ ਰਹੇ, ਠੀਕ ਹੈ। ਉਸ ਤੋਂ ਇਲਾਵਾ ਅਗਰ ਆਪਾਂ ਇਹਦੇ ਮੋਟੋ ਦੀ ਗੱਲ ਕਰੀਏ ਤਾਂ ਇਹਦਾ ਮੋਟੋ ਕੀ ਹੈ, 1 ਵਿਜ਼ਨ 1 ਆਇਡੈਂਟੀਟੀ 1 ਕਮਿਊਨਿਟੀ, ਠੀਕ ਹੈ। 8th ਆਫ ਅਗਸਤ ਨੂੰ ਆਪਾਂ ਏਸ਼ੀਅਨ ਡੇ ਆਬਜ਼ਰਵ ਕਰਦੇ ਹਾਂ, ਮਤਲਬ ਏਸ਼ੀਅਨ ਡੇ ਮਨਾਉਂਦੇ ਹਾਂ। ਉਸ ਤੋਂ ਇਲਾਵਾ ਅਗਰ ਗੱਲ ਕਰੀਏ ਤੇ ਹੈਡਕੁਆਟਰ ਦੀ, ਸੋ ਜਿਹੜਾ ਏਸ਼ੀਅਨ ਦਾ ਹੈਡਕੁਆਟਰ ਹੈ ਉਹ ਇੰਡੋਨੇਸ਼ੀਆ ਦੇ ਜਕਾਰਤਾ ਦੇ ਵਿੱਚ ਹੈ। ਵੈਰੀ ਇੰਪੋਰਟੈਂਟ, ਇਹ ਇੰਪੋਰਟੈਂਟ ਪੁਆਇੰਟ ਹੈ ਨੂੰ ਯਾਦ ਰੱਖਿਓ, ਠੀਕ ਹੈ। ਅਗਰ ਆਪਾਂ ਏਸ਼ੀਅਨ ਦੀ ਗੱਲ ਕਰੀਏ ਇਹਨੂੰ 1967 ਦੇ ਵਿੱਚ ਬਣਾਇਆ ਗਿਆ ਸੀ ਇੱਕ ਡੈਕਲੇਰੇਸ਼ਨ ਨੂੰ ਸਾਈਨ ਕਰਕੇ, ਜਿਹਨੂੰ ਏਸ਼ੀਅਨ ਡੈਕਲੇਰੇਸ਼ਨ ਵੀ ਬੋਲਦੇ ਜਾਂ ਫਿਰ ਉਹਨੂੰ ਬੈਂਕਾਕ ਡੈਕਲੇਰੇਸ਼ਨ ਵੀ ਬੋਲਦੇ। ਕੁਝ ਮੈਂਬਰ ਕੰਟਰੀਜ਼ ਹੈ ਜਿਨ੍ਹਾਂ ਨੂੰ ਆਪਾਂ ਫਾਊਂਡਿੰਗ ਮੈਂਬਰਸ ਵੀ ਬੋਲਦੇ ਹਾਂ, ਠੀਕ ਹੈ। ਉਹਨਾਂ ਨੇ ਡੈਕਲੇਰੇਸ਼ਨ ਸਾਈਨ ਕੀਤੀ ਸੀ ਤੇ ਏਸ਼ੀਆ ਨੂੰ ਬਣਾਇਆ ਗਿਆ ਸੀ। ਸੋ ਕਿਹੜੀ ਕੰਟਰੀਜ਼ ਹੈ ਜਿਹਨੂੰ ਕਿ ਆਪਾਂ ਫਾਊਂਡਿੰਗ ਮੈਂਬਰਸ ਬੋਲਦੇ ਹਾਂ ਏਸ਼ੀਅਨ ਦੇ। ਸੋ ਉਹ ਕੰਟਰੀਜ਼ ਨੇ ਇੰਡੋਨੇਸ਼ੀਆ, ਮਲੇਸ਼ੀਆ, ਫਿਲੀਪੀਨਸ, ਸਿੰਗਾਪੁਰ ਐਂਡ ਥਾਈਲੈਂਡ। ਓਕੇ, ਸੋ ਇਹਨਾਂ ਦੇ ਨਾਮ ਯਾਦ ਰੱਖਿਓ, ਇੰਪੋਰਟੈਂਟ ਹੈ। ਸੋ ਨੈਕਸਟ ਹੁਣ ਆਪਣੇ ਕੋਲ ਇੰਪੋਰਟੈਂਟ ਇੱਕ ਕੁਐਸਚਨ ਕੀ ਬਚਿਆ ਕਿ ਇਹਦੇ ਮੈਂਬਰਸ ਕਿਹੜੇ ਨੇ ਏਸ਼ੀਅਨ ਦੇ, ਹੁਣ ਉਹ ਦੇਖਦੇ ਆ। ਦੇਖੋ ਅਗਰ ਆਪਾਂ ਮੈਂਬਰਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕਿਹੜੀ ਕੰਟਰੀਜ਼ ਆਉਂਦੀਆਂ ਨੇ। ਲਾਓਸ, ਓਕੇ, ਮਿਆਂਮਾਰ, ਵੀਅਤਨਾਮ, थाईलैंड, सिंगापुर, कंबोडिया, मलेशिया, ब्रूनी, फिलीपींस, इंडोनेशिया। इन्हां दे नाम याद रखियो, काफी इंपॉर्टेंट नाम है। ये मैप नूं 2-3 बार देखियो तुहानूं याद हो जाऊगा। ओके, सो हुण आपां ने क्वेश्चन डिस्कस कर ही लिता कि इहदा आंसर क्या आएगा, बी, दैट इज एशिया। नैक्सट क्वेश्चन दी ओर मूव करते हैं।
ਹੁਣ ਜਿਹੜਾ ਇਹ ਕੁਐਸਚਨ ਹੈ ਇਹ ਹੈਗਾ ਰਿਗਾਰਡਿੰਗ ਵਿੰਟਰ 올림픽 2022 ਇਹਦੇ ਨਾਲ ਨਾ ਕਾਫੀ ਜ਼ਿਆਦਾ ਮਤਲਬ ਇਹ ਵਾਲੇ ਇਵੈਂਟ ਦੀ ਕਾਫੀ ਜ਼ਿਆਦਾ ਕੰਟਰੋਵਰਸੀ ਹੋਈ ਹੈ ਈਵਨ ਜਿਹੜੇ ਇੰਡੀਅਨ ਡਿਪਲੋਮੈਟਸ ਨੇ ਉਹਨਾਂ ਨੇ ਵੀ ਇਹਦਾ ਬਾਈਕਾਟ ਕੀਤਾ ਠੀਕ ਹੈ ਉਹਨਾਂ ਨੇ ਵੀ ਇਹਨੂੰ ਜਿਹੜੀ ਇਹਦੀ ਸੈਰੇਮਨੀ ਸੀ ਉਹਨੂੰ ਨਹੀਂ ਅਟੈਂਡ ਕੀਤਾ ਉਹਦੇ ਪਿੱਛੇ ਇੱਕ ਕਾਰਨ ਸੀਗਾ ਸੋ ਇਹ ਕਾਫੀ ਜ਼ਿਆਦਾ ਕੰਟਰੋਵਰਸ਼ੀਅਲ ਨਿਊਜ਼ ਹੈ ਸੋ ਇਹ ਪੇਪਰ 'ਚ ਆ ਸਕਦੀ ਹੈ ਠੀਕ ਹੈ ਇਹਦੇ ਵਿੱਚ ਕੀ ਪੁੱਛਿਆ ਹੈ ਕਿ ਕਿਹਨੂੰ ਸਿਲੈਕਟ ਕੀਤਾ ਗਿਆ ਐਜ਼ ਅ ਟਾਰਚ ਬੀਅਰਰ ਵਿੰਟਰ 올림픽 2022 ਦਾ ਚਾਈਨੀਜ਼ ਗਵਰਨਮੈਂਟ ਦੇ ਦੁਆਰਾ ਸੋ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਠੀਕ ਹੈ ਸਟੀਵ ਨੈਸ਼ ਯੂਵਾ ਕਿਮ ਚੈਨ ਰੋਲਿਨ ਤੇ ਕੁਈ ਫੈਬੋ ਸੋ ਇਹਨਾਂ ਚੋਂ ਸੋਚੋ ਕੀ ਆਨਸਰ ਹੈ ਦੈਨ ਆਪਾਂ ਡਿਸਕਸ ਕਰਦੇ ਹਾਂ ਓਕੇ ਸੋ ਇਹਦਾ ਆਨਸਰ ਦੱਸਣਾ ਚਾਹਨੀ ਹੈ ਡੀ ਦੈਟ ਇਜ਼ ਕੁਈ ਫੈਬੋ ਆਏਗਾ ਓਕੇ ਸੋ ਦੇਖੋ ਹੁਣ ਇਹਦੇ ਵਿੱਚ ਬੇਸਿਕਲੀ ਕੰਟਰੋਵਰਸ਼ੀਅਲ ਨਿਊਜ਼ ਕਿਉਂ ਹੈ ਬਿਕੋਜ਼ ਇਹਦੇ ਵਿੱਚ ਚਾਈਨੀਜ਼ ਗਵਰਨਮੈਂਟ ਨੇ ਜਿਹੜੇ ਬੰਦੇ ਨੂੰ ਚੁਣਿਆ ਉਹ ਕੌਣ ਹੈ ਉਹ ਪੀਐਲਏ ਸੋਲਜਰ ਹੈ ਦੈਟ ਇਜ਼ ਪੀਪਲਸ ਲਿਬਰੇਸ਼ਨ ਆਰਮੀ ਦਾ ਜਵਾਨ ਹੈ ਠੀਕ ਹੈ ਤੇ ਉਹ ਕੋਈ ਆਮ ਸੋਲਜਰ ਨਹੀਂ ਉਹ ਕਿਹੜਾ ਸੋਲਜਰ ਹੈ ਜਦੋਂ ਇੰਡੀਆ ਤੇ ਚਾਈਨਾ ਦੇ ਵਿੱਚ 2020 ਦੇ ਵਿੱਚ ਕਨਫਲਿਕਟ ਹੋਈ ਉਹਦੇ ਵਿੱਚ ਉਹ ਸੋਲਜਰ ਨੇ ਪਾਰਟਿਸਿਪੇਟ ਕੀਤਾ ਤੇ ਚਾਈਨੀਜ਼ ਗਵਰਨਮੈਂਟ ਨੇ ਉਹਨੂੰ ਹੀ ਟਾਰਚ ਬੀਅਰਰ ਚੁਣ ਲਿਆ ਵਿੰਟਰ 올림픽 2022 ਦਾ ਸੋ ਇਹ ਚੀਜ਼ ਦਾ ਵਿਰੋਧ ਇੰਡੀਅਨ ਡਿਪਲੋਮੈਟਸ ਨੇ ਕੀਤਾ ਸੋ ਇੰਡੀਆ ਨੇ ਬੇਸਿਕਲੀ ਇਹ ਚੀਜ਼ ਦਾ ਬਾਈਕਾਟ ਕੀਤਾ ਠੀਕ ਹੈ ਸੋ ਉਹਨਾਂ ਨੇ ਜਿਹੜੀ ਸੈਰੇਮਨੀ ਸੀ ਉਹਨੂੰ ਅਟੈਂਡ ਨਹੀਂ ਕੀਤਾ ਤੇ ਇੰਡੀਆ ਦੇ ਵਿੱਚੋਂ ਸਿਰਫ ਇੱਕੋ ਹੀ ਪਲੇਅਰ ਨੇ ਜਿਹੜਾ ਇਹ ਇਵੈਂਟ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਸੋ ਉਹਦਾ ਨਾਮ ਵੀ ਪੁੱਛ ਸਕਦੇ ਆ ਉਹਦਾ ਨਾਮ ਹੈ ਆਰਿਫ ਖਾਨ ਠੀਕ ਹੈ ਤੇ ਉਹ ਸੋਲਜਰ ਜਿਹਨੂੰ ਕਿ ਚਾਈਨੀਜ਼ ਗਵਰਨਮੈਂਟ ਨੇ ਚੁਣਿਆ ਉਹਦਾ ਨਾਮ ਵੀ ਪਤਾ ਹੋਣਾ ਚਾਹੀਦਾ ਹੈ ਕੁਈ ਫੈਬੋ ਠੀਕ ਹੈ ਉਹ ਤੋਂ ਬਾਅਦ ਸੋ ਤੁਸੀਂ ਇੱਥੇ ਦੇਖ ਸਕਦੇ ਹੋ ਕੁਈ ਫੈਬੋ ਨੂੰ ਦੈਨ ਇਹਦਾ ਆਨਸਰ ਮੈਂ ਤੁਹਾਨੂੰ ਦੱਸ ਹੀ ਦਿੱਤਾ ਡੀ ਦੈਟ ਇਜ਼ ਕੁਈ ਫੈਬੋ ਸੋ ਨੈਕਸਟ ਹੁਣ ਆਪਾਂ ਦੇਖਦੇ ਹਾਂ ਦੇਖੋ ਹੁਣ ਜਿਹੜਾ ਇਹ ਵਾਲਾ ਕੁਐਸਚਨ ਹੈ ਇਹ ਹੈਗਾ ਰਿਗਾਰਡਿੰਗ ਇੰਡੀਆਜ਼ ਫਸਟ ਜੀਓ ਪਾਰਕ ਸੋ ਇਹਦੀ ਲੋਕੇਸ਼ਨ ਇੰਪੋਰਟੈਂਟ ਹੈ ਕਿ ਇੰਡੀਆ ਦਾ ਫਸਟ ਜਿਹੜਾ ਜੀਓ ਪਾਰਕ ਹੈ ਉਹ ਕਿੱਥੇ ਬਣਨ ਜਾ ਰਿਹਾ ਹੈ ਠੀਕ ਹੈ ਤੇ ਇਹ ਚੀਜ਼ ਕਿਹਨੇ ਦੱਸੀ ਹੈ ਜੀਓਲੋਜੀਕਲ ਸਰਵੇ ਆਫ ਇੰਡੀਆ ਨੇ ਓਕੇ ਬੇਸਿਕਲੀ ਤੁਹਾਡੇ ਕੋਲ ਕੁਐਸਚਨ 'ਚ ਇੱਕ ਹੋਰ ਚੀਜ਼ ਦਿੱਤੀ ਹੋਈ ਹੈ ਕਿ ਉਹਨੂੰ ਬਣਾਇਆ ਜਾ ਰਿਹਾ ਹੈ ਨਰਮਦਾ ਰਿਵਰ ਦੇ ਕਿਨਾਰੇ ठीक है सो ऑप्शंस है नासिक महाराष्ट्र जबलपुर मध्य प्रदेश जूनागढ़ गुजरात या अमरावती महाराष्ट्र इन्होंने चारों चो सोचो की आंसर आऊगा देन आप डिस्कस करते हैं ਇਹਦਾ आंसर आएगा बेसिकली बी दैट इज जबलपुर मध्य प्रदेश ओके सो ਹੁਣ ਆਪਾਂ ਦੇਖਦੇ ਹਾਂ देखो ਜਿਹੜਾ जियोलॉजिकल सर्वे ऑफ इंडिया है उन्हें अप्रूव किया कि इंडिया का फर्स्ट जियो पार्क है ਜਿਹੜਾ ਉਹ ਕਿੱਥੇ ਬਣੂਗਾ ਲਮਹਾਤੇ ਵਿਲੇਜ ठीक है नर्मदा रिवर के किनारे केड़ी डिस्ट्रिक्ट मध्य प्रदेश की जबलपुर ये चारों चीज़ें इंपॉर्टेंट है याद रखियो उस तो बाद हुण अगर आपां गल करिए जियो पार्क्स की हुंदे हैं यूनेस्को के मुताबिक जिहड़े जियो पार्क्स ने वो ऐसे सिंगल ते यूनीफाइड एरियाज ने जिथे लैंडस्केप हुंदा इंटरनैशनल जियोलॉजिकल सिग्निफिकेंस का तो उन्होंने मैनेज किया हुंदा है किहड़ी चीज़ां नूं ध्यान च रखदे होए कि सस्टेनेबल डिवेलपमेंट होवे एजुकेशन ठीक है ते नाल प्रोटैक्शन ओके उस तो इलावा ਉਹਦੇ ਵਿੱਚ ਇੱਕ ਹੋਰ ਚੀਜ਼ ਹੁੰਦੀ ਹੈ ਕਿ ਜਿਹੜੀ ਲੋਕਲ ਕਮਿਊਨਿਟੀ ਹੈ ਉਹਨਾਂ ਨੂੰ ਅਲਾਉ ਕੀਤਾ ਜਾਂਦਾ ਕਿ ਉਹ ਪਾਰਟਿਸਿਪੇਟ ਕਰ ਸਕਦੇ ਆ ਇਹਦੇ ਵਿੱਚ ਆ ਇੰਪੋਰਟੈਂਟ ਨਹੀਂ ਹੈ ਕਿ ਜੀਓ ਪਾਰਕ ਕੀ ਹੁੰਦਾ ਹੈ ਮੇ ਵੀ ਕਦੇ ਨਾ ਪੁੱਛਣ ਠੀਕ ਹੈ ਇਹਦੇ ਵਿੱਚ ਲੋਕੇਸ਼ਨ ਇੰਪੋਰਟੈਂਟ ਹੈ ਓਕੇ ਸੋ ਯਾਦ ਰੱਖਿਓ ਉਹ ਤੋਂ ਬਾਅਦ ਸੋ ਇਹਦਾ ਆਪਾਂ ਨੇ ਆਨਸਰ ਦੇਖ ਹੀ ਲਿੱਤਾ ਕੀ ਆਊਗਾ ਮੱਧ ਪ੍ਰਦੇਸ਼ ਤੇ ਜਬਲਪੁਰ ਦੇ ਵਿੱਚ ਠੀਕ ਹੈ ਜੀ ਸੋ ਹੁਣ ਤੁਹਾਡੇ ਲਈ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਹੈ पीपीएससी ਦੇ ਕੋਰਸਿਸ ਅਵੇਲੇਬਲ ਹੈ ਨੈਬ ਤਹਿਸੀਲਦਾਰ ਕੋਆਪਰੇਟਿਵ ਇੰਸਪੈਕਟਰ ਤੇ ਨਾਲ ਹੀ ਪ੍ਰਿੰਸੀਪਲ ਦਾ ਠੀਕ ਹੈ ਉਹਦੇ ਵਿੱਚ ਫੁੱਲ ਫਲੈਜ ਜਿਹੜਾ ਸਿਲੇਬਸ ਉਹ ਕਵਰ ਕਰਵਾਇਆ ਜਾ ਰਿਹਾ ਵਿਦ ਹੈਲਪ ਆਫ ਵੀਡੀਓ ਲੈਕਚਰ ਤੇ ਨੋਟਸ ਤੇ ਨਾਲ ਹੀ ਟੈਸਟ ਸੀਰੀਜ਼ ਵੀ ਇਨਕਲੂਡ ਕੀਤੀ ਗਈ ਹੈ ਕਾਫੀ ਸਾਰੇ ਸਟੂਡੈਂਟਸ ਦੇ ਮੈਸੇਜ ਆਉਂਦੇ ਕਿ ਕੀ ਕਰੰਟ ਅਫੇਅਰ ਉਹਦੇ ਵਿੱਚ ਇਨਕਲੂਡਡ ਹੈ ਸੋ ਜਨਵਰੀ 2021 ਤੋਂ ਲੈ ਕੇ ਜਦ ਤੱਕ ਤੁਹਾਡਾ ਪੇਪਰ ਨਹੀਂ ਹੋ ਜਾਂਦਾ ਉਦੋਂ ਤੱਕ ਦੇ ਸਾਰੇ ਕਰੰਟ ਅਫੇਅਰਸ ਉਹਦੇ ਵਿੱਚ ਤੁਹਾਨੂੰ ਮਿਲਣਗੇ ਓਕੇ ਸੋ ਤੁਸੀਂ ਇਹਦੇ ਬਾਰੇ ਡਿਟੇਲਸ ਲੈ ਸਕਦੇ ਹੋ 8054070091 ਦੇ ਉੱਪਰ WhatsApp ਕਰਕੇ ਇਹ ਇਨਫੋਰਮੇਸ਼ਨ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੂਗੀ ਜਾਂ ਫਿਰ mehnatibachcha@gmail.com ਦੇ ਉੱਪਰ ਈਮੇਲ ਭੇਜ ਕੇ ਓਕੇ ਸੋ ਉਹ ਤੋਂ ਬਾਅਦ ਨੈਕਸਟ ਅਗਲਾ ਕੁਐਸਚਨ ਹੈ ਸੋ ਇਹ ਕੁਐਸਚਨ ਹੈ ਕਿ ਕਿਹੜੇ ਸਟੇਟ ਦੇ ਚੀਫ ਇਲੈਕਸ਼ਨ ਆਫਿਸਰ ਨੇ ਰੀਸੈਂਟਲੀ ਸ਼ੇਰਾਂ ਨੂੰ ਚੂਜ਼ ਕੀਤਾ ਐਜ਼ ਇਲੈਕਸ਼ਨ ਮੈਸਕॉट ਚਾਰ ਆਪਸ਼ਨਸ ਹੈ उत्तराखंड पंजाब गोवा ते मणिपुर यह है शेरा ठीक है सो तुहानू नाम तो ही पता लग रहा हो कि केड़ी स्टेट है सो 2 सेकंड का टाइम है सोचो ते आंसर डिस्कस करते हैं सो आंसर है बी दैट इज पंजाब ओके सो अगर आप गल करिए कि
शेरा का मतलब की होंगे लाइन, ठीक है, शेरा लाइन को डिपिक्ट करता है। तो शेरा नू क्यों चूज किया गया ताकि वोटर अवेयरनेस वधे कि लोग ज़्यादा तो ज़्यादा वोटां पान आन, ठीक है, अवेयरनेस वधे लोगों के विच, तां करके जिहड़ा मैस्कोट आ चूज किया गया, ठीक है। शेरा डिपिक्ट करता लाइन नू। ओके, तो जिहड़ा शेर है वह पंजाब दे रिच हैरीटेज कल्चर नू दर्शाता है, सो इस करके शेरा नू चूज किया गया, ठीक है। तो ये जिहड़ा मैस्कॉट है इनू प्रमोट किया जा रहा है स्वीप के अंडर। स्वीप की फुल फॉर्म की है सिस्टमैटिक वोटर एजुकेशन एंड इलैक्टोरल पार्टिसिपेशन, ठीक है। सो ये फैक्ट्स याद रखियो, इंपॉर्टेंट है, वैसे नाम ज्यादा इंपॉर्टेंट है भी की चुनिया गया है मैस्कॉट। ओके, उस तो बाद नैक्सट क्वेश्चन है, हुण देखो जिहड़ा ये क्वेश्चन है ये हैगा रिगार्डिंग बजट जिहड़ा कि इस साल पेश होया, ठीक है। तो उहदे उपर एक वीडियो भी अपलोड की हुई है चैनल तो, सो जिहड़े स्टूडेंट्स नहीं देखी वो देख सकते हैं। तो जिहड़े स्टूडेंट्स ने वीडियो देखी हुई है उन्होंने क्वेश्चन का आंसर आना चाहिए, तो हुण उन्होंने ये भी पता लग जाऊगा कि बजट तो किस टाइप के क्वेश्चन आ सकते हैं पेपर के विच। सो बेसिकली ये क्वेश्चन है जिहड़ा वो हैगा रिगार्डिंग देश स्टैक, जो कि एक ऑनलाइन प्लेटफॉर्म है। पूछा है कि केड़ी चीज नाल एसोसीएट है, केड़ी फील्ड नाल रिलेटेड है, इन्वेस्टमेंट, स्किल डेवलपमेंट, जीएसटी या फिर न्यूट्रिशन। 2 सेकंड का टाइम है, सोचो देन आंसर देखते हैं। सो इसका आंसर बेसिकली आएगा बी, दैट इज स्किल डेवलपमेंट। ओके, देखो हुण जिहड़ा अपने कोल ये पोर्टल है ये बारे एक तो इसकी फुल फॉर्म इंपॉर्टेंट है कि इहदा काम क्या इंपॉर्टेंट है। अगर आप काम की गल करिए ये काहदे लई बनाया गया ताकि ऑनलाइन ट्रेनिंग प्रोवाइड की जाए स्किल डेवलपमेंट की, ठीक है। हुण आपां नूं पता है कि काफ़ी सारे यूथ अनएम्पलॉयड ने, ठीक है। सो इस तरीके की फैसिलिटी गवर्नमेंट प्रोवाइड करना चाह रही है पोर्टल के थ्रू कि उन्होंने घर बैठे बैठे ही ऑनलाइन ट्रेनिंग मिल जाए किसी पर्टिकुलर स्किल की, ताकि उन्होंने जॉब मिल सके। ओके, सो हुण अगर आप फुल फॉर्म की गल करिए तो फुल फॉर्म है डिजिटल इकोसिस्टम फॉर स्किलिंग एंड लिवलीहुड या फिर देश स्टैक ई पोर्टल, ठीक है। सो ये याद रखियो 2 चीज़ां ये बारे। और तो बाद सो ये बारे में तुहानूं दसता कि आंसर आएगा बी। ओके, देन नैक्सट क्वेश्चन देखते हैं। हुण जिहड़ा ये क्वेश्चन है ये तुहानूं देख के फीलिंग आऊगी कि हाँ पीपीएससी च ऐसा क्वेश्चन आ सकता है, ठीक है। सो एक चीज़ मैं तुहानूं दसना चाहनी है, पीपीएससी दे विच ऐसे क्वेश्चंस भी आते हैं तो सिंगल लाइन वाले क्वेश्चंस भी आते हैं जैसे आप डिस्कस कर रहे हैं, ठीक है। सो जिहड़ा ये क्वेश्चन है ये हैगा रिगार्डिंग वर्ल्ड वैटलैंड डे 2022। सो उहदे उपर 3 पॉइंट्स दिते हुए हैं ते नाल ऑप्शंस दिते हुए हैं कि इन्हां विचों किहड़ा करैक्ट है। जिहड़ा सब तो पहला ऑप्शन है वो की कह रहा है कि जिहड़ा 2 Feb 2022 है इनू फर्स्ट एवर यूनाइटेड नेशन रिकॉग्नाइज वर्ल्ड वैटलैंड डे बनाया जाऊगा। मतलब यूनाइटेड नेशन ने जिहड़ा रिकॉग्नाइज किया इस साल 2 Feb नूं आपां वो डे मनावांगे वर्ल्ड वैटलैंड डे का, ठीक है। उस तो बाद जिहड़ा सैकेंड अपने को ऑप्शन है उस थीम दस्या है कि इहदा थीम की रहा वैटलैंड एक्शन फॉर पीपल एंड नेचर, ठीक है। उस तो बाद जिहड़ा थर्ड है ऑप्शन ये की कहा गया है कि वर्ल्ड वैटलैंड डे के उपलक्ष्य दे विच 2 साइट्स किहड़ियां-किहड़ियां, खिजादिया वाइल्ड लाइफ सेंचुरी कित्थे दी, राजस्थान दी, ते बखीरा वाइल्ड लाइफ सेंचुरी कित्थे, मध्य प्रदेश की, उन्होंने रामसर साइट्स डिक्लेयर किया गया, ठीक है। सो थोड़े तो पूछा है कि इन्हां विचों किहड़ी स्टेटमेंट करैक्ट है, ओनली ए, ओनली बी, ए बी, ए या सी। सो पेन का कलर चेंज कर दें, जरूरी है, ठीक है। सो तुसीं सोचो इनू आपां डिस्कस करांगे तो मैं चाहनी कि तुसीं एलिमिनेशन मैथड लगाओ तो ये आंसर सोचो, ठीक है। सो सब तो पहले आपां डिस्कस करते दैन तुसीं एलिमिनेशन मैथड लगाइयो, फिर देखा कि आंसर की आएगा। सो देखो सब तो पहला अगर आप गल करिए जिहड़ा वर्ल्ड वैटलैंड डे है उन्होंने आप मनाने कदों है, सो उन्होंने मनाते हैं 2 Feb नूं। वेरी इंपॉर्टेंट फैक्ट याद रखना है, ठीक है। हुण ये उपलक्ष्य दे विच 2 साइट्स नूं रामसर साइट्स डिक्लेयर किया गया। किहड़ी-किहड़ी साइट है, खिजादिया वाइल्ड लाइफ सेंचुरी, नाम सुनिया सुनिया लग रहा ना ऑप्शन दे विच, कित्थे, गुजरात दे विच, ते सैकेंड बखीरा वाइल्ड लाइफ सेंचुरी कित्थे है, यूपी दे विच। हुण तुहानूं स्ट्राइक हो रहा होगा यार कि इत्थे तां कुछ होर दिता होया है। हुण देखो ये उलझाण दे पेपर च एवें है, इत्थे की क्या होया कि 2 साइट्स नूं इन्हां ने ऐड किया है। बच्चे साइट्स नूं देख के कि हाँ ऑप्शन है खुश होकर लिख आएंगे, बट इत्थे की चीज़ है कि जिहड़ा इन्हां ने की क्या है कि जिहड़ा खिजादिया वाइल्ड लाइफ सेंचुरी है इत्थे इन्हां ने की मैंशन किया है, राजस्थान, बट आपां ने कित्थे पढ़ी है वो गुजरात दे विच, सो ऑप्शन गलत है। सैकेंड भी देखो बखीरा वाइल्ड लाइफ सेंचुरी इन्हां ने मध्य प्रदेश च दसी हुई है, बट वो है कित्थे, यूपी दे विच, सो जिहड़ा ऑप्शन है वो गलत है, ठीक है। सो इस तरीके नाल तुसीं एलिमिनेशन मैथड लगाना है, ओके। सो इसलिए रिवीजन भी इंपॉर्टेंट होंदी है, बिकॉज अगर तुहानूं साइट का नाम याद रह गया, ठीक है, तुहानूं ये ना याद रहे कि उसकी लोकेशन किहड़ी है तो तुसीं ऑप्शन टिक लगाया होंगे तो गलत करे होंगे, ओके। सो रिवीजन जरूरी होंदी है हर चीज़ की। सो
ਨੈਕਸਟ ਫੈਕਟਸ ਦੇਖਦੇ ਹਾਂ। ਅਗਰ ਆਪਾਂ 2022 ਦੇ ਥੀਮ ਦੀ ਗੱਲ ਕਰੀਏ ਤਾਂ ਥੀਮ ਕੀ ਰਿਹਾ, ਵੈਟਲੈਂਡਸ ਐਕਸ਼ਨ ਫॉर ਪੀਪਲ ਐਂਡ ਨੇਚਰ। ਠੀਕ ਹੈ, ਸੋ ਤੁਸੀਂ ਹੁਣ ਸੈਕੰਡ ਆਪਸ਼ਨ ਦੇਖੋਗੇ ਕਿ ਥੀਮ ਕੀ ਸੀ ਇਹਦਾ, ਵੈਟਲੈਂਡ ਐਕਸ਼ਨ ਫॉर ਪੀਪਲ ਐਂਡ ਨੇਚਰ। ਸੋ ਇਹ ਤਾਂ ਠੀਕ ਹੈ ਕਿਉਂਕਿ ਇਹ ਥੀਮ ਇਹੀ ਦਿੱਤਾ ਹੋਇਆ ਹੈ। ਠੀਕ ਹੈ, ਸੋ ਥੀਮ ਦੇ ਉੱਪਰ ਕੁਐਸਚਨਸ ਵੀ ਆਉਂਦੇ ਆ ਪੇਪਰ 'ਚ ਕਿ ਡੇ ਦਾ ਕੀ ਥੀਮ ਰਿਹਾ, ਸੋ ਉਹ ਯਾਦ ਕਰਨਾ ਵੀ ਇੰਪੋਰਟੈਂਟ ਹੁੰਦਾ, ਜਿਹੜੇ ਇੰਪੋਰਟੈਂਟ ਡੇਜ਼ ਆ ਉਹਨਾਂ ਦਾ। ਓਕੇ, ਸੋ ਹੁਣ ਆਪਾਂ ਇਹਦੇ ਬਾਰੇ ਕੁਝ ਹੋਰ ਇੰਪੋਰਟੈਂਟ ਫੈਕਟ ਦੇਖਦੇ ਹਾਂ। ਦੇਖੋ ਹੁਣ ਆਪਾਂ ਪੜਿਆ ਕਿ ਵਰਲਡ ਵੈਟਲੈਂਡ ਡੇ ਸੈਲੀਬ੍ਰੇਟ ਕੀਤਾ ਜਾਂਦਾ 2 ਫੈਬ ਨੂੰ। ਕਿਉਂ ਕੀਤਾ ਜਾਂਦਾ ਹੈ, ਕਿਉਂਕਿ ਇਸ ਦਿਨ ਕਨਵੈਨਸ਼ਨ ਸਾਈਨ ਹੋਈ ਸੀ ਵੈਟਲੈਂਡਸ ਦੇ ਉੱਪਰ। ਕਿੱਥੇ ਹੋਈ ਸੀ, ਈਰਾਨ ਦੀ ਇੱਕ ਜਗ੍ਹਾ ਹੈ ਜਾਂ ਈਰਾਨ ਦੀ ਇੱਕ ਸਿਟੀ ਹੈ ਰਾਮਸਰ, ਉੱਥੇ ਹੋਈ ਸੀ। ਠੀਕ ਹੈ, ਸੋ ਇਸ ਕਰਕੇ ਇਹਨੂੰ ਰਾਮਸਰ ਕਨਵੈਨਸ਼ਨ ਵੀ ਬੋਲਦੇ ਆ। ਠੀਕ ਹੈ, ਜਾਂ ਫਿਰ ਕਨਵੈਨਸ਼ਨ ਔਨ ਵੈਟਲੈਂਡਸ ਬੋਲਦੇ ਆ। ਪੇਪਰ 'ਚ ਕਈ ਵਾਰ ਇਹ ਵੀ ਪੁੱਛਿਆ ਜਾਂਦਾ ਕਿ ਰਾਮਸਰ ਕਨਵੈਨਸ਼ਨ ਕਿੰਨਾ ਰਿਲੇਟਡ ਹੈ, ਵੈਟਲੈਂਡ ਨਾਲ। ਸੋ ਹਰ ਤਰੀਕੇ ਨਾਲ ਤੁਸੀਂ ਇਹ ਚੀਜ਼ ਨੂੰ ਯਾਦ ਰੱਖਣਾ ਹੈ। ਓਕੇ, ਸੋ ਇਸ ਦਿਨ ਅਡਾਪਟ ਕੀਤਾ ਗਿਆ ਸੀ ਕਨਵੈਨਸ਼ਨ ਔਨ ਵੈਟਲੈਂਡ। ਠੀਕ ਹੈ, ਕਿੱਥੇ, ਈਰਾਨ ਦੀ ਰਾਮਸਰ ਸਿਟੀ ਦੇ ਵਿੱਚ। ਸੋ ਜਿਹੜੀ ਰਾਮਸਰ ਕਨਵੈਨਸ਼ਨ ਉਹ ਇੱਕ ਇੰਟਰ ਗਵਰਨਮੈਂਟਲ ਟ੍ਰੀਟੀ ਹੈ ਜਿਹੜੀ ਕਿ ਫਰੇਮਵਰਕ ਪ੍ਰੋਵਾਈਡ ਕਰਦੀ ਹੈ ਨੈਸ਼ਨਲ ਐਕਸ਼ਨ ਤੇ ਇੰਟਰ ਨੈਸ਼ਨਲ ਕੋਆਪਰੇਸ਼ਨ ਦੀ, ਕਾਹਦੇ ਲਈ, ਵੈਟਲੈਂਡ ਦੇ ਕੰਜ਼ਰਵੇਸ਼ਨ ਨੂੰ ਲੈ ਕੇ ਤੇ ਵੈਟਲੈਂਡ ਦਾ ਵਾਈਜ਼ ਯੂਜ਼ ਹੋ ਸਕੇ ਉਸ ਚੀਜ਼ ਨੂੰ ਲੈ ਕੇ। ਸੋ ਯਾਦ ਰੱਖਿਓ ਰਾਮਸਰ ਕਨਵੈਨਸ਼ਨ ਹੈ ਜਿਹੜੀ ਉਹ ਕਿਹਦੇ ਨਾਲ ਰਿਲੇਟਡ ਹੈ, ਵੈਟਲੈਂਡਸ ਦੇ ਨਾਲ। ਓਕੇ, ਉਹ ਤੋਂ ਬਾਅਦ ਦੇਖੋ ਐਸੀ ਕਿਹੜੀ ਕੰਟਰੀ ਹੈ ਜਿੱਥੇ ਕਾਫੀ ਸਾਰੀਆਂ ਰਾਮਸਰ ਸਾਈਟਸ ਹੈ, ਮਤਲਬ ਮੋਸਟ ਆਫ ਦਾ ਰਾਮਸਰ ਸਾਈਟਸ ਉੱਥੇ ਨੇ। ਸੋ ਕਿੱਥੇ, ਯੂਨਾਈਟਿਡ ਕਿੰਗਡਮ ਦੇ ਵਿੱਚ 175 ਸਾਈਟਸ ਹੈ ਤੇ ਮੈਕਸੀਕੋ ਦੇ ਵਿੱਚ 142 ਹੈ। ਸੋ ਮੈਕਸਿਮਮ ਸਾਈਟਸ ਕਿੱਥੇ ਹੈ, ਯੂਨਾਈਟਿਡ ਕਿੰਗਡਮ ਦੇ ਵਿੱਚ। ਠੀਕ ਹੈ, ਉਹ ਤੋਂ ਬਾਅਦ ਐਸਾ ਕਿਹੜਾ ਏਰੀਆ ਹੈ ਜਿਹਦਾ, ਐਸੀ ਕਿਹੜੀ ਕੰਟਰੀ ਹੈ ਸੌਰੀ, ਜਿਹਦਾ ਮੈਕਸਿਮਮ ਏਰੀਆ ਰਾਮਸਰ ਸਾਈਟ ਦੇ ਅੰਦਰ ਹੈ। ਸੋ ਉਹ ਕੰਟਰੀ ਹੈ ਬੋਲੀਵੀਆ। ਓਕੇ, ਉਹ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਿ ਸਭ ਤੋਂ ਪਹਿਲਾਂ ਜਿਹੜਾ ਇਹ ਡੇ ਹੈ ਨੂੰ ਸੈਲੀਬ੍ਰੇਟ ਕੀਤਾ ਗਿਆ ਸੀ 1997 ਦੇ ਵਿੱਚ। ਓਕੇ, ਸੋ ਨੈਕਸਟ ਦੇਖੋ ਆਪਣੇ ਕੋਲ ਜਿਹੜਾ ਫਰਸਟ ਆਪਸ਼ਨ ਸੀਗਾ ਕਿ 2 ਫੈਬ 2022 ਨੂੰ ਫਰਸਟ ਐਵਰ ਯੂਨਾਈਟਿਡ ਨੇਸ਼ਨ ਰਿਕੋਗਨਾਈਜ਼ ਵਰਲਡ ਵੈਟਲੈਂਡ ਡੇ ਸੈਲੀਬ੍ਰੇਟ ਕੀਤਾ ਗਿਆ। ਸੋ ਫਰਸਟ ਆਪਸ਼ਨ ਆਪਣਾ ਕਰੈਕਟ ਹੈ। ਸੋ ਹੁਣ ਕੁਐਸਚਨ ਦੇਖਦੇ ਹਾਂ। ਦੇਖੋ ਇਹਦੇ ਵਿੱਚ ਆਪਾਂ ਨੇ ਪੜਿਆ ਕਿ ਪਹਿਲਾ ਠੀਕ ਹੈ, ਹੁਣੀ ਦੇਖਿਆ, ਸੈਕਿੰਡ ਵੀ ਠੀਕ ਸੀ ਸਟੇਟਮੈਂਟ, ਥਰਡ ਗਲਤ ਸੀ ਕਿਉਂਕਿ ਇੱਥੇ ਰਾਜਸਥਾਨ ਦੀ ਜਗ੍ਹਾ ਗੁਜਰਾਤ ਆਊਗਾ ਤੇ ਇੱਥੇ ਮੱਧ ਪ੍ਰਦੇਸ਼ ਦੀ ਜਗ੍ਹਾ ਆਊਗਾ यूपी। ओके, सो ये वाली स्टेटमेंट गलत हुई। सो ਇਹਦਾ ਆਨਸਰ ਕੀ ਹੋਇਆ, ਸੀ। ਐਵੇਂ ਕਰਕੇ ਤੁਸੀਂ ਐਲੀਮੀਨੇਸ਼ਨ ਮੈਥਡ ਲਗਾਉਣਾ ਹੈ ਪੇਪਰ ਦੇ ਵਿੱਚ ਵੀ। ਓਕੇ, ਉਹ ਤੋਂ ਬਾਅਦ ਨੈਕਸਟ ਕੁਐਸਚਨ ਹੈ ਇੱਕ ਬਹੁਤ ਹੀ ਫੇਮਸ ਪਰਸਨੈਲਿਟੀ ਦੇ ਬਾਰੇ ਹੈ। ਠੀਕ ਹੈ, ਸ਼੍ਰੀ ਲਤਾ ਮੰਗੇਸ਼ਕਰ ਜੀ, ਰੀਸੈਂਟਲੀ ਉਹਨਾਂ ਦੀ ਡੈਥ ਹੋ ਗਈ ਸੀਗੀ। ਓਕੇ, ਸੋ ਜਿਹੜੇ ਸਿੰਗਰ ਲਤਾ ਮੰਗੇਸ਼ਕਰ ਜੀ ਹੈ, ਠੀਕ ਹੈ, ਜਿਨ੍ਹਾਂ ਦੀ ਰੀਸੈਂਟਲੀ ਡੈਥ ਹੋਈ ਹੈ, ਉਹਨਾਂ ਨੂੰ ਭਾਰਤ ਰਤਨ ਕਿਹੜੇ ਈਅਰ 'ਚ ਮਿਲਿਆ। ਐਸੇ ਕੁਐਸਚਨਸ ਵੀ ਪੇਪਰ 'ਚ ਪੁੱਛੇ ਜਾਂਦੇ ਆ ਅਗਰ ਬਹੁਤ ਫੇਮਸ ਪਰਸਨੈਲਿਟੀ ਹੋਵੇ ਉਹਨਾਂ ਦੇ ਬਾਰੇ। ਠੀਕ ਹੈ, ਸੋ ਹੁਣ ਆਪਾਂ ਡਿਸਕਸ ਕਰਦੇ ਹਾਂ। ਦੇਖੋ ਸਭ ਤੋਂ ਪਹਿਲਾਂ ਅਗਰ ਆਪਾਂ ਲਤਾ ਮੰਗੇਸ਼ਕਰ ਜੀ ਦੀ ਗੱਲ ਕਰੀਏ ਤਾਂ ਇਹ ਬੌਰਨ ਹੋਈ ਸੀ ਐਜ਼ ਹੇਮਾ ਮੰਗੇਸ਼ਕਰ। ਠੀਕ ਹੈ, ਕਈ ਵਾਰ ਪੇਪਰ 'ਚ ਪੁੱਛ ਲੈਂਦੇ, ਸੋ ਯਾਦ ਹੋਣਾ ਚਾਹੀਦਾ ਤੁਹਾਨੂੰ। ਤੇ ਇਹਨਾਂ ਦਾ ਅਗਰ ਲਾਈਫ ਟਾਈਮ ਦੇਖਿਆ ਆਪਾਂ 28 ਸਤੰਬਰ 1929 ਤੋਂ ਲੈ ਕੇ 6 ਫੈਬ 2022 ਤੱਕ ਰਿਹਾ। ਓਕੇ, ਤੇ ਇਹ ਇੰਡੀਅਨ ਪਲੇਬੈਕ ਸਿੰਗਰ ਤੇ ਨਾਲ ਹੀ ਕਈ ਵਾਰ ਇਹਨਾਂ ਨੇ ਮਿਊਜ਼ਿਕ ਨੂੰ ਕੰਪੋਜ਼ ਵੀ ਕੀਤਾ। ਸੋ ਇਹ ਓਕੇਜਨਲ ਮਿਊਜ਼ਿਕ ਕੰਪੋਜ਼ਰ ਰਹੀ ਹੈ। ਓਕੇ, ਅਗਰ ਆਪਾਂ ਗੱਲ ਕਰੀਏ ਇਹਨਾਂ ਨੇ ਇੰਨਾ ਜ਼ਿਆਦਾ ਕੰਮ ਕੀਤਾ ਨਾ ਇੰਡਸਟਰੀ ਦੇ ਵਿੱਚ, ਸੋ ਤਾਂ ਕਰਕੇ ਇਹਨਾਂ ਨੂੰ ਕੁਝ ਟਾਈਟਲਸ ਮਿਲੇ ਹੋਏ ਨੇ, ਨਾਈਟਿੰਗੇਲ ਆਫ ਇੰਡੀਆ, ਵੌਇਸ ਆਫ ਮਿਲੀਨੀਅਮ ਤੇ ਕੁਈਨ ਆਫ ਮੈਲੋਡੀ। ਯਾਦ ਰੱਖਿਓ, ਪੁੱਛ ਸਕਦੇ ਨੇ ਪੇਪਰ ਦੇ ਵਿੱਚ, ਫੈਕਟਸ ਇੰਪੋਰਟੈਂਟ ਹੈ ਇਹ। ਉਹ ਤੋਂ ਬਾਅਦ ਅਗਰ ਗੱਲ ਕਰੀਏ ਕਿ ਇਹਨਾਂ ਨੇ ਰਿਕਾਰਡ ਕੀਤੇ ਆ ਸੌਂਗਸ 36 ਇੰਡੀਅਨ ਲੈਂਗੁਏजेस ਦੇ ਵਿੱਚ ਤੇ ਕੁਝ ਫੋਰਨ ਲੈਂਗੁਏजेस ਦੇ ਵਿੱਚ ਵੀ, ਹਿੰਦੀ, ਬੰਗਾਲੀ ਤੇ ਮਰਾਠੀ 'ਚ। ਬੇਸਿਕਲੀ ਇਹਨਾਂ ਨੇ ਅਗਰ ਆਪਾਂ ਬੇਸਿਕ ਕਰੀਏ ਤਾਂ ਇਹ ਤਿੰਨੋਂ ਲੈਂਗੁਏजेस 'ਚ ਕੀਤੇ ਆ, ਬਟ ਓਵਰਆਲ ਇਹਨਾਂ ਨੇ 36 ਇੰਡੀਅਨ ਲੈਂਗੁਏजेस ਤੇ ਕੁਝ ਫੋਰਨ ਲੈਂਗੁਏजेस 'ਚ ਵੀ ਰਿਕਾਰਡ ਕੀਤੇ ਆਪਣੇ ਸੌਂਗਸ। ਓਕੇ, ਉਹ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ ਕਿ ਇਹਨਾਂ ਨੂੰ ਕਿਹੜੇ ਅਵਾਰਡਸ ਮਿਲੇ। ਠੀਕ ਹੈ, ਦੇਖੋ 1989 ਇਹ ਈਅਰ ਯਾਦ ਰੱਖਣਾ ਇੰਪੋਰਟੈਂਟ ਹੈ, ਦੇ ਵਿੱਚ ਇਹਨਾਂ ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਅਵਾਰਡ। ਓਕੇ, ਉਹ ਤੋਂ ਬਾਅਦ 2001 ਦੇ ਵਿੱਚ ਜਿਹੜਾ ਕੁਐਸਚਨ ਸੀ ਤੁਹਾਡਾ ਕਿ ਭਾਰਤ ਰਤਨ ਕਦੋਂ ਮਿਲਿਆ, 2001 ਦੇ ਵਿੱਚ। 2001 ਦੇ ਵਿੱਚ ਇਹਨਾਂ ਨੂੰ ਭਾਰਤ ਰਤਨ ਮਿਲਿਆ ਜੋ ਕਿ ਇੰਡੀਆ ਦਾ ਹਾਈਐਸਟ ਸਿਵਿਲੀਅਨ ਆਨਰ ਹੈ। ਕਈ ਵਾਰ ਪੇਪਰ 'ਚ ਇਹ ਵੀ ਕੁਐਸਚਨ ਆਇਆ ਕਿ ਇੰਡੀਆ ਦਾ ਹਾਈਐਸਟ ਸਿਵਿਲੀਅਨ ਆਨਰ ਕਿਹੜਾ ਹੈ, ਭਾਰਤ ਰਤਨ। ਓਕੇ, ਸੋ ਇਹਨਾਂ ਨੂੰ ਉਹ ਵੀ ਮਿਲਿਆ ਹੋਇਆ। ਠੀਕ ਹੈ, ਤੇ ਇਹ ਸੈਕਿੰਡ ਫੀਮੇਲ ਸਿੰਗਰ ਸੀਗੇ ਜਿਨ੍ਹਾਂ ਨੂੰ ਕਿ ਅਵਾਰਡ ਮਿਲਿਆ ਕਿੰਨਾ ਤੋਂ ਬਾਅਦ, MS ਸੁਬੂ ਲక్ష్ਮੀ ਜੀ ਤੋਂ ਬਾਅਦ। ਓਕੇ, ਉਹ ਤੋਂ ਬਾਅਦ ਨੈਕਸਟ ਫਰਾਂਸ ਨੇ ਇਹਨਾਂ ਨੂੰ ਇੱਕ ਹੋਰ ਆਨਰ ਦਿੱਤਾ ਹੋਇਆ, ਕਿਹੜਾ, ਆਫਿਸਰ ਆਫ ਦਾ ਨੈਸ਼ਨਲ ਆਰਡਰ ਆਫ ਲੀਗਨ ਆਫ ਆਨਰ। ਕਦੋਂ ਦਿੱਤਾ ਸੀ, 2007 ਦੇ ਵਿੱਚ। ਠੀਕ ਹੈ, ਤੇ ਫਰਾਂਸ ਦਾ ਹਾਈਐਸਟ ਸਿਵਿਲੀਅਨ ਅਵਾਰਡ ਹੈ।
ਜਿਵੇਂ ਕਿ ਇੰਡੀਆ ਦਾ ਹਾਈਐਸਟ ਸਿਵਿਲੀਅਨ ਅਵਾਰਡ ਭਾਰਤ ਰਤਨ ਹੈ, ਉਵੇਂ ਸਿਮਿਲਰਲੀ ਇਹਨਾਂ ਨੂੰ ਫਰਾਂਸ ਦਾ ਵੀ ਹਾਈਐਸਟ ਸਿਵਿਲੀਅਨ ਅਵਾਰਡ ਮਿਲਿਆ ਹੋਇਆ ਹੈ। ਓਕੇ, ਸੋ ਇਹ ਚੀਜ਼ ਯਾਦ ਰੱਖਿਓ। ਉਹ ਤੋਂ ਬਾਅਦ ਸੋ ਹੁਣ ਇਹ ਕੁਐਸਚਨ ਦਾ ਆਨਸਰ ਕੀ ਆਏਗਾ ਕਿ ਭਾਰਤ ਰਤਨ ਇਹਨਾਂ ਨੂੰ ਕਦੋਂ ਮਿਲਿਆ ਸੀ 2001 ਦੇ ਵਿੱਚ। ਓਕੇ ਜੀ, ਸੋ ਨੈਕਸਟ ਕੁਐਸਚਨ ਦੇਖਦੇ ਹਾਂ ਕਿ ਕਿਹਨੂੰ ਰੀ-ਇਲੈਕਟ ਕੀਤਾ ਗਿਆ ਪ੍ਰੈਜ਼ੀਡੈਂਟ ਕਿਹਦਾ ਇਟਲੀ ਦਾ ਸੈਕਿੰਡ ਟਰਮ ਦੇ ਲਈ। देखो पीपीएससी ਦੇ आई थिंक ਕੋਆਪਰੇਟਿਵ ਇੰਸਪੈਕਟਰ ਦਾ ਜਿਹੜਾ ਪੇਪਰ ਹੋਇਆ ਸੀ ਨਾ ਉਹਦੇ ਵਿੱਚ ਐਸਾ ਕੁਐਸਚਨ ਆਇਆ ਸੀਗਾ ਕਿ ਪ੍ਰੈਜ਼ੀਡੈਂਟ ਦੁਬਾਰਾ ਤੋਂ ਚੁਣਿਆ ਗਿਆ ਸੀ। ਓਕੇ, ਸੋ ਇਸ ਲਈ ਇਹ ਕੁਐਸਚਨ ਤੁਹਾਡੇ ਲਈ ਇੰਪੋਰਟੈਂਟ ਹੈ, ਐਸੇ ਕੁਐਸਚਨਸ ਪੁੱਛਦੇ ਆ। ਸੋ ਪ੍ਰੈਜ਼ੀਡੈਂਟ ਇਟਲੀ ਦਾ ਦੁਬਾਰਾ ਤੋਂ ਕਿਹਨਾਂ ਨੂੰ ਚੁਣਿਆ ਗਿਆ? ਸੋ ਤੁਹਾਡੇ ਕੋਲ 4 ਆਪਸ਼ਨਸ ਹੈ, ਇਹਨਾਂ ਵਿੱਚ ਸੋਚੋ ਦੈਨ ਆਪਾਂ ਡਿਸਕਸ ਕਰਦੇ ਹਾਂ। ਸੋ ਇਹਦਾ ਆਨਸਰ ਆਏਗਾ ਬੀ, दैट इज सर्गियो मार्चेला। ओके, सो तुसी देख सकते हो इन्हां नूं दोबारा तो चुनिया गया 7 ईयर्स के लिए अगले। उस तो बाद नैक्सट आंसर ये तो हो गया। उस तो बाद नैक्सट क्वेश्चन है इकनॉमिक सर्वे के मुताबिक जो कि 2021-2022 का रिलीज होया रिसेंटली, ठीक है, ਉਹਦੇ ਵਿੱਚ ਜਿਹੜੀ जीडीपी ग्रोथ है इंडिया की 2022-2023 ਦੇ ਲਈ ਕੀ ਦੱਸੀ ਗਈ है? 9.2 तो 9.7, 8.2 तो 8.7%, 8 तो 8.5% या फिर 10 तो 10.5%। 2 सेकंड का टाइम है, सोचो, इंपॉर्टेंट है, पेपर च पूछी जा सकती है। सो ਇਹਦਾ आंसर आएगा सी, दैट इज 8 तो 8.5। ਹੁਣ ਤੁਸੀਂ ਦੇਖੋਗੇ बी ਤੇ सी ऑप्शन च अगर ਤੁਹਾਨੂੰ ਇਹ याद है कि 8 ਦੀ रेंज सी, ठीक है, बट एग्जैक्टली याद नहीं हैगा। सो ਤੁਸੀਂ बी या सी ऑप्शंस च कंफ्यूज हो जाओगे। ਤੁਸੀਂ ਇਹ ਤਾਂ एलिमिनेशन मैथड ਨਾਲ दोनों ऑप्शंस है ਜਿਹੜੇ ਉਹਨਾਂ ਨੂੰ एलिमिनेट कर दोगे, बट ਇੱਥੇ फस जाओगे, ठीक है। सो थोड़ी जी रिवीजन इंपॉर्टेंट है, थोड़ी रिवीजन की इंपॉर्टेंस समझ आती होंगी है। ओके, सो इसका आंसर थोड़ा मैं दस ही दिता, 8 to 8.5 दसे गए 2022-2023 दी इकनॉमिक सर्वे के मुताबिक, ठीक है, जी इंडिया की इकनॉमिक ग्रोथ रहेगी। उस तो बाद सो जोड़ा ये वाला क्वेश्चन है ये बेसिकली रिलेटेड है ऑस्ट्रेलियन ओपन टेनिस 110 टूर्नामेंट, ठीक है। ये 3 स्टेटमेंट जीते हुई ने, बाय मिसटेक का आंसर है सो मैं हाइड करता। ओके, सो पहली स्टेटमेंट है कि जो राफेल नडाल है उन्होंने 21st ग्रैंड स्लैम मैन सिंगल टाइटल का अवार्ड जीत्या किन्हों हरा के? डेनियल मेडवेडेव नूं हरा के। सैकेंड ऑप्शन है डेनियल रोज कॉलिन ऐसी फर्स्ट ऑस्ट्रेलियन विमेन बन गई 4 डेकेड्स के विच, मतलब पिछले 40 सालों के विच जिन्होंने कि विमेन सिंगल टाइटल का अवार्ड जीत्या ऑस्ट्रेलियन ओपन टूर्नामेंट के विच। थर्ड है मैथ्यू एडन ते मैक्स पर्सल जिहड़े ने उन्होंने मैंस डबल टाइटल का अवार्ड जीत्या। सो तुहाडे कोल 3 स्टेटमेंट्स है, सोचो इस की आंसर आएगा, आप डिस्कस कर देने का आंसर देखांगे। ओके, सो ये तुहाडे अगे चार्ट है, ये अगर आप गल करिए मैन सिंगल दी तो राफेल नडाल ने जीत्या, ठीक है। सो जी ऑप्शन ए है वो करैक्ट है। उस तो बाद विमेन सिंगल का किने जीत्या? एशलिग बार्टी। ओके, सो इत्थे तुहाडे कोल की दिता होया सीगा? डेनियल रोज कॉलिन्स, जो कि गलत है। सो अपने कोल ए वाला ऑप्शन गलत हो गया तो पहला वाला ठीक हो गया, ठीक है। उस तो बाद नैक्सट जिहड़ा मैन डबल है वो किने जीत्या? थेनासी कोकिनाकिस, ओके, ते निकोलस हिल्मी। दैन विमेन डबल जीत्या बरबोरा ते कैटरीना ने, ओके। उस तो बाद मिक्स डबल जीत्या क्रिस्टीना ते इवैन ने, ओके। सो ये सारे नाम ने, याद रखियो। ओके, सो हुण अगर आप देखिए ये जो अपने को थर्ड ऑप्शन है मैथ्यू एडन ते मैक्स पल्सर ने मैन डबल जीत्या, सो ये भी गलत हो जाता है क्योंकि मैन डबल थेनासी ते निकोलस ने जीत्या। ओके, सो ऑप्शन जो अपने को सी है वो भी गलत है। सो इसका आंसर अपने को की बनया? डी, दैट इज ओनली ए इज करेक्ट। सो दैट्स ऑल फॉर टुडे। आज आपने काफ़ी इंपॉर्टेंट क्वेश्चंस देखे। ऐसे क्वेश्चन अलग अलग एग्जाम्स के लिए बहुत इंपॉर्टेंट है। अगर तुम पीपीएससी की तैयारी करो वो भी इंपॉर्टेंट है, ठीक है। अच्छे तरीके इन्हों समझा करो तो पढ़िया करो। सो मिलते नैक्सट लैक्चर के। थैंक यू सो मच।